Students, today's lesson for electronics 5th semester students. Subject name is digital communication and your first chapter is introduction. So let's start. What is digital communication? Digital communication ਦਾ क्या मतलब है? We are going to transmit a data from one place to another place digitally. ਇਹਦਾ ਮਤਲਬ ਜਿੰਨਾ ਵੀ ਆਪਾਂ ਕਮਿਊਨੀਕੇਸ਼ਨ ਕਰਾਂਗੇ, ਕਮਿਊਨੀਕੇਸ਼ਨ ਦਾ ਮੀਨਿੰਗ ਕਿਆ ਹੁੰਦਾ? ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਇਨਫੋਰਮੇਸ਼ਨ ਨੂੰ ਸੈਂਡ ਕਰਨਾ, ਠੀਕ ਹੈ, ਔਰ ਰਿਸੀਵ ਕਰਨਾ। ਉਸੇ ਤਰ੍ਹਾਂ ਹੀ ਇਸ ਦੇ ਵਿੱਚ ਕੀ ਹੈਗਾ ਆ? ਡਿਜੀਟਲ ਕਮਿਊਨੀਕੇਸ਼ਨ। ਹੇਅਰ ਕੀ ਹੈ? ਡਿਜੀਟਲ ਕਮਿਊਨੀਕੇਸ਼ਨ। ਇਹਦੇ ਵਿੱਚ ਜਿਹੜਾ ਡਾਟਾ ਜਾਏਗਾ ਉਹ ਕਿਸ ਫਾਰਮ 'ਚ ਹੋਏਗਾ? ਡਿਜੀਟਲ ਫਾਰਮ। ਡਿਜੀਟਲ ਫਾਰਮ ਦਾ ਮਤਲਬ 0 ਔਰ 1 ਫਾਰਮ, ਜਿਹਨੂੰ ਕਹਿੰਦੇ ਬਾਈਨਰੀ ਸਿਸਟਮ। ਇਸ ਦੇ ਵਿੱਚ ਉਹ ਕੀ ਡਾਟਾ ਟਰੈਵਲ ਕਰੇਗਾ। ਸੋ ਲੈਟਸ ਸਟਾਰਟ। Digital communication involves the transmission of information in digital form or encoded form of a source through a channel. अब channel क्या है? जिहदे थ्रू अपना सिग्नल की करता है ट्रैवल। ये वायर्ड भी हो सकता है और वायरलैस भी हो सकता है। जिमें कि एयर की हैगा अपना वायरलैस और वायर्ड की हैगा ਉਹਦਾ मतलब जिमें ਆਪਾਂ केबल्स, कोएक्सियल केबल, ऑप्टिकल फाइबर केबल्स, दीज टाइप ऑफ केबल्स, ठीक है। नैक्सट हुण देखो, ਇਹਦਾ मतलब कि ਜਿਹੜਾ डिजिटल कम्यूनीकेशन ਆ ਇੱਕ ऐसा प्रोसैस है ਜਿਸ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੁੰਦੀ ਆ ਉਹ ਸਾਰੀ ਕਿਸ ਤਰ੍ਹਾਂ ਹੁੰਦੀ ਆ? ਡਿਜੀਟਲੀ। ਇਹਦਾ ਮਤਲਬ ਕੀ ਹੈ? ਇੱਕ ਇੱਥੇ ਕੀ ਹੈਗਾ ਆਪਣੇ ਕੋਲ? ਇਨਫੋਰਮੇਸ਼ਨ ਸੋਰਸ, ਠੀਕ ਹੈ। ਇਹਦਾ ਮਤਲਬ ਇੱਥੋਂ ਆਪਾਂ ਨੂੰ ਕੀ ਮਿਲੇਗੀ? ਕੋਈ ਇਨਫੋਰਮੇਸ਼ਨ। ਉਸਨੂੰ ਆਪਾਂ ਕੀ ਕਰਾਂਗੇ? ਚੈਨਲ ਦੇ ਥਰੂ ਟਰੈਵਲ ਕਰਾਵਾਂਗੇ ਔਰ ਇੱਕ ਡੈਸਟੀਨੇਸ਼ਨ 'ਤੇ ਪਹੁੰਚਾ ਦੇਵਾਂਗੇ। ਇਹ ਸਾਰੀ ਜਿਹੜਾ ਪ੍ਰੋਸੈਸ ਹੈ ਉਹ ਕਿਵੇਂ ਹੋਊਗਾ? ਡਿਜੀਟਲੀ। ਚਲੋ ਨੈਕਸਟ ਕੀ ਹੈ? ਦ ਨੈਸੈਸਿਟੀ ਆਫ ਡਿਜੀਟਾਈਜੇਸ਼ਨ। ਕਿਆ ਜ਼ਰੂਰਤ ਪੈ ਗਈ ਆਪਾਂ ਨੂੰ ਡਿਜੀਟਾਈਜੇਸ਼ਨ ਕਰਨ ਦੀ? ਐਕਚੁਅਲੀ 'ਚ ਹੋ ਕੀ ਰਿਹਾ ਸੀ? ਜਿਹੜਾ ਐਨਾਲੌਗ ਸਿਗਨਲ ਸੀ ਉਹਨਾਂ ਦੇ ਵਿਚਕਾਰ ਜਦੋਂ ਆਪਾਂ ਉਹਨਾਂ ਨੂੰ ਟਰੈਵਲ ਕਰਵਾਉਂਦੇ ਸੀ ਫਰੋਮ ਵਨ ਪਲੇਸ ਟੂ ਅਨਦਰ ਪਲੇਸ, ਮਤਲਬ ਫੋਰ ਅ ਲੌਂਗ ਡਿਸਟੈਂਸ ਕਮਿਊਨੀਕੇਸ਼ਨ, ਉਹ ਬਹੁਤ ਸਾਰੇ ਲੌਸਿਸ ਤੋਂ ਕੀ ਕਰਦਾ ਸੀ? ਸਫਰ ਕਰਦਾ ਸੀ। ਇਹਦਾ ਮਤਲਬ ਉਸ ਦੇ ਵਿੱਚ ਬਹੁਤ ਸਾਰੀ ਡਿਸਟੋਰਸ਼ਨਸ ਆ ਜਾਂਦੀਆਂ ਸੀ, ਇੰਟਰਫੇਰੈਂਸ ਹੋ ਜਾਂਦੀ ਸੀਗੀ, ਠੀਕ ਹੈ, ਜਿਸ ਦੇ ਨਾਲ ਆਪਣੇ ਕੋਲ ਜਿਹੜਾ ਸਿਗਨਲ ਰਿਸੀਵ ਹੁੰਦਾ ਸੀ ਉਹ ਕਰੈਕਟ ਰਿਸੀਵ ਨਹੀਂ ਹੁੰਦਾ ਸੀ। ਇਸ ਚੀਜ਼ ਨੂੰ ਓਵਰਕਮ ਕਰਨ ਲਈ ਆਪਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਪਈ? ਡਿਜੀਟਾਈਜੇਸ਼ਨ ਦੀ, ਠੀਕ ਹੈ। ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਸੀਗੀਆਂ ਇਸ ਦੇ ਵਿੱਚ। ਇਹ ਜਿਹੜਾ ਸੀ ਇਹ ਮੈਥਡ, ਐਨਾਲੌਗ ਮੈਥਡ ਆ, ਉਹ ਇੰਨਾ ਜ਼ਿਆਦਾ ਕਲੀਅਰ ਨਹੀਂ ਸੀਗਾ। ਇਸ ਦਾ ਮਤਲਬ ਕੀ ਸੀ? ਜਦੋਂ ਆਪਾਂ ਕਮਿਊਨੀਕੇਟ ਕਰਦੇ ਸੀ ਉਸ ਸਿਗਨਲ ਨੂੰ ਰੀਟਰੇਸ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਸੀ। ਬਟ ਇਨ ਡਿਜੀਟਾਈਜੇਸ਼ਨ ਇਟ ਇਜ਼ ਮੋਰ ਕਲੀਅਰ ਟੂ ਰਿਸੀਵ ਅ ਡਾਟਾ, ਠੀਕ ਹੈ। ਔਰ ਇਸ ਦੀ ਜਿਹੜੀ ਐਕੂਰੇਸੀ ਆ ਉਹ ਵੀ ਹਾਈ ਹੁੰਦੀ ਹੈ ਅਤੇ ਇਸ ਦੇ ਵਿੱਚ ਲੌਸਿਸ ਵੀ ਘੱਟ ਹੁੰਦੇ ਆ, ਠੀਕ ਹੈ। ਔਰ ਇਹ ਜਿਹੜਾ ਡਾਟਾ ਹੁੰਦਾ 0-1 ਫਾਰਮ ਦੇ ਵਿੱਚ ਹੁੰਦਾ, ਆਈਦਰ ਹਾਈ ਹੋਏਗਾ ਆਈਦਰ ਲੋ ਹੋਏਗਾ। ਇਹਦਾ ਮਤਲਬ ਉਸਨੂੰ ਡਿਟੈਕਟ ਕਰਨਾ ਬਹੁਤ ਹੀ ਈਜ਼ੀ ਹੋਊਗਾ ਐਜ਼ ਕੰਪੇਅਰ ਟੂ ਦਾ ਐਨਾਲੌਗ ਸਿਗਨਲਸ। ਹੁਣ ਇਹਨਾਂ ਦੀਆਂ ਜਿਹੜੀਆਂ ਫਾਰਮਸ ਹੈ ਉਹ ਤੁਹਾਨੂੰ ਨੈਕਸਟ ਦਿਖਾਉਂਦਾ ਕਿਸ ਤਰ੍ਹਾਂ ਦਾ ਹੁੰਦਾ। ਦਿਸ ਵਨ ਇਜ਼ ਅ ਐਨਾਲੌਗ ਸਿਗਨਲ, ਇਸ ਤਰ੍ਹਾਂ ਇਹ ਕੀ ਹੈਗਾ ਆ? ਐਨਾਲੌਗ ਸਿਗਨਲ। ਐਂਡ ਦਿਸ ਵਨ ਇਜ਼ ਅ ਡਿਜੀਟਲ ਸਿਗਨਲ, ਠੀਕ ਹੈ। 0 here can be a 0, here can be a 1, here is 0, here is 0, here is 1, okay। so 0 1 0 1 ਇਸ ਤਰ੍ਹਾਂ ਦੀ ਫਾਰਮ 'ਚ ਜਿਹੜਾ ਸਿਗਨਲ ਹੁੰਦਾ ਉਹ ਕੀ ਹੁੰਦਾ ਹੈ? ਡਿਜੀਟਲ ਸਿਗਨਲ। ਚਲੋ these are the representation of signals. So next is advantages of digital communication. So what are the advantages of digital communication? So first of all ਇਸ ਦੇ ਵਿੱਚ ਕੀ ਹੈ? ਨੋਇਸ ਐਂਡ ਡਿਸਟੋਰਸ਼ਨ ਇਹ ਬਹੁਤ ਹੀ ਘੱਟ ਹੁੰਦੀਆਂ ਨੇ ਐਜ਼ ਕੰਪੇਅਰ ਟੂ ਦਾ ਐਨਾਲੌਗ। ਅਤੇ ਇਸ ਦੀ ਵਜ੍ਹਾ ਦੇ ਨਾਲ ਜਿਹੜਾ ਆਪਣਾ ਸਿਗਨਲ ਹੈ ਉਹ ਬਹੁਤ ਹੀ ਘੱਟ ਅਫੈਕਟਡ ਹੁੰਦਾ ਆ ਜਦੋਂ ਉਹ ਟਰੈਵਲ ਕਰਦਾ ਥਰੂ ਅ ਚੈਨਲਸ। ਸੈਕਿੰਡ ਵਨ ਇਜ਼ ਦੇ ਆਰ ਮੋਰ ਰਿਲਾਇਬਲ। ਇਹਦਾ ਮਤਲਬ ਇਹ ਜਿਹੜੇ ਸਰਕਟ ਆ ਇਹ ਜ਼ਿਆਦਾ ਰਿਲਾਇਬਲ ਹੁੰਦੇ ਆ ਐਜ਼ ਕੰਪੇਅਰ ਟੂ ਦਾ ਐਨਾਲੌਗ ਸਰਕਟਸ। ਹੁਣ ਨੈਕਸਟ ਕੀ ਹੈਗਾ ਆ? ਦ ਡਿਜੀਟਲ ਸਰਕਟਸ ਆਰ ਈਜ਼ੀ ਟੂ ਡਿਜ਼ਾਈਨ। ਇਹਨਾਂ ਦੇ ਐਂਡ ਚੀਪਰ। ਜਿਹੜੇ ਕਿ ਐਨਾਲੌਗ ਆ ਉਹਨਾਂ ਦੇ ਉੱਤੇ ਜਿਹੜੀ ਕੋਸਟ ਹੈ ਉਹ ਜ਼ਿਆਦਾ ਆਉਂਦੀ ਹੈ ਅਤੇ ਉਹਨਾਂ ਦੀ ਜਿਹੜੇ ਸਰਕਟ ਡਿਜ਼ਾਈਨਿੰਗ ਆ
ਉਹ ਕੀ ਹੁੰਦੀ ਆ ਕੰਪਲੈਕਸ। ਨੈਕਸਟ ਕੀ ਹੈਗਾ ਆ ਦ ਹਾਰਡਵੇਅਰ ਇੰਪਲੀਮੈਂਟੇਸ਼ਨ ਇਨ ਡਿਜੀਟਲ ਸਰਕਟਸ ਇਜ਼ ਮੋਰ ਫਲੈਕਸੀਬਲ ਦੈਨ ਐਨਾਲੌਗ। ਇਸ ਦਾ ਮਤਲਬ ਕੀ ਆ ਕਿ ਜਿਹੜੀ ਹਾਰਡਵੇਅਰ ਦੀ ਇੰਪਲੀਮੈਂਟੇਸ਼ਨ ਹੈ, ਠੀਕ ਹੈ, ਇਸ ਦਾ ਮਤਲਬ ਕੀ ਹੈ ਜਿਹੜੀ ਹਾਰਡਵੇਅਰ ਦੀ ਇੰਪਲੀਮੈਂਟੇਸ਼ਨ ਆ ਉਹ ਬਹੁਤ ਹੀ ਈਜ਼ੀ ਆ ਐਜ਼ ਕੰਪੇਅਰ ਟੂ ਦਾ ਐਨਾਲੌਗ ਵਨ। ਠੀਕ ਹੈ, ਹੋਰ ਕੀ ਹੈਗਾ ਆ ਇਸ ਦੇ ਵਿੱਚ ਜਿਹੜੀ ਕ੍ਰੋਸ ਟਾਕਸ ਆ ਉਹ ਇਨ ਅ ਡਿਜੀਟਲ ਕਮਿਊਨੀਕੇਸ਼ਨ ਆਰ ਰੇਅਰ। ਉਸ ਦੇ ਮਤਲਬ ਇਹ ਆ ਜਦੋਂ ਆਪਾਂ ਡਿਜੀਟਲ ਕਮਿਊਨੀਕੇਟ ਕਰਦੇ ਹਾਂ ਉਹ ਆਪਸ ਦੇ ਵਿੱਚ ਕ੍ਰੋਸ ਟਾਕ ਨਹੀਂ ਹੁੰਦੀਆਂ, ਮਤਲਬ ਸਿਗਨਲ ਆਪਸ ਦੇ ਵਿੱਚ ਮਿਕਸ ਨਹੀਂ ਹੁੰਦੇ। ਵੇਅਰ ਇਨ ਅ ਐਨਾਲੌਗ ਇਟ ਇਜ਼ ਅ ਪੋਸੀਬਿਲਿਟੀ। नेक्स्ट क्या है सिग्नल प्रोसेसिंग functions such as encryption, compression are employed in digital circuits to maintain the secrecy of the information। ਇਹਦਾ ਮਤਲਬ ਕੀ ਹੈ ਆਪਾਂ ਜਿਹੜਾ ਸਿਗਨਲ ਹੈ ਉਸਨੂੰ ਆਪਾਂ ਕੀ ਕਰ ਸਕਦੇ ਹਾਂ ਐਨਕ੍ਰਿਪਟ ਕਰ ਸਕਦੇ। ਐਨਕ੍ਰਿਪਟ ਮਤਲਬ ਸੇਵ ਕਰ ਸਕਦੇ ਹਾਂ, ਸਿਕਿਉਰ ਕਰ ਸਕਦੇ ਹਾਂ, ਉਸ ਦੇ ਉੱਤੇ ਕੋਈ ਸਿਕਿਉਰਿਟੀ ਲਗਾ ਸਕਦੇ ਹਾਂ। ਠੀਕ ਹੈ, ਇਹਦਾ ਮਤਲਬ ਉਹਨੂੰ ਐਨਕ੍ਰਿਪਟਡ ਫੋਰਮ ਦੇ ਵਿੱਚ ਆਪਾਂ ਸੈਂਡ ਕਰ ਸਕਦੇ ਹਾਂ, ਜਿਸ ਨੂੰ ਸਿਰਫ ਆਪਣਾ ਹੀ ਰਿਸੀਵਰ ਰਿਸੀਵ ਕਰ ਸਕਦਾ, ਕੋਈ ਹੋਰ ਰਿਸੀਵ ਨਹੀਂ ਕਰ ਸਕਦਾ ਵਿਦਆਊਟ ਨੋਇੰਗ ਦੈਟ ਕੋਡਸ। ਇਹਦਾ ਮਤਲਬ ਇਹਦੇ ਵਿੱਚ ਕਮਿਊਨੀਕੇਸ਼ਨ ਕੀ ਹੈਗਾ ਆ ਸੇਫ ਆ ਐਜ਼ ਕੰਪੇਅਰ ਟੂ ਦਾ ਐਨਾਲੌਗ ਵਨ। ਨੈਕਸਟ ਕੀ ਆ ਪ੍ਰੋਬੇਬਿਲਿਟੀ ਆਫ ਐਰਰ occurrence is reduced by employing error detecting and error correcting codes। ਇਹਦਾ ਮਤਲਬ ਜਿਹੜੀ ਹੈਗੀ ਆ ਐਰਰਸ ਦੀ ਪ੍ਰੋਬੇਬਿਲਿਟੀ ਆ ਉਹ ਕੀ ਹੁੰਦੀ ਹੈ ਇਹ 'ਚ ਘੱਟ ਹੁੰਦੀ ਆ, ਡਿਜੀਟਲ ਦੇ ਵਿੱਚ ਕੀ ਹੁੰਦੀ ਉਹ ਘੱਟ ਹੁੰਦੀ ਆ, ਕਿਉਂਕਿ ਇਸ ਦੇ ਵਿੱਚ ਆਪਾਂ ਕੀ ਇੰਪਲਾਈ ਕਰ ਸਕਦੇ ਹਾਂ ਐਰਰ ਡਿਟੈਕਟਿੰਗ ਐਰਰ ਕਰੈਕਟਿੰਗ ਕੋਡਸ। ਉਹਦੀ ਹੈਲਪ ਦੇ ਨਾਲ ਆਪਾਂ ਐਰਰਸ ਨੂੰ ਕੀ ਕਰ ਸਕਦੇ ਹਾਂ ਰਿਡਿਊਸ ਕਰ ਸਕਦੇ ਹਾਂ। ਸੋ ਨੈਕਸਟ ਕੀ ਹੈਗਾ ਦ ਕਨਫੀਗਰੇਸ਼ਨ ਪ੍ਰੋਸੈਸ ਆਫ ਡਿਜੀਟਲ ਸਿਗਨਲਸ ਇਜ਼ ਈਜ਼ੀਅਰ ਦੈਨ ਐਨਾਲੌਗ ਸਿਗਨਲ। ਇਸ ਦਾ ਜਿਹੜਾ ਕਨਫੀਗਰ ਕਰਨਾ ਉਹਨਾਂ ਨੂੰ ਆਪਸ ਦੇ ਵਿੱਚ ਅਟੈਚ ਕਰਨਾ, ਉਹ ਜਿਹੜਾ ਕਨਫੀਗਰੇਸ਼ਨ ਦਾ ਪ੍ਰੋਸੈਸ ਹੈ ਉਹ ਡਿਜੀਟਲ ਸਿਗਨਲਸ ਦਾ ਈਜ਼ੀਅਰ ਆ ਐਜ਼ ਕੰਪੇਅਰ ਟੂ ਦਾ ਐਨਾਲੌਗ ਵਨ। ਡਿਜੀਟਲ ਸਿਗਨਲਸ ਕੈਨ ਬੀ ਸੇਵਡ ਐਂਡ ਰੀਟਰੀਵਡ ਮੋਰ ਕਨਵੀਨੀਐਂਟਲੀ ਦੈਨ ਐਨਾਲੌਗ ਸਿਗਨਲਸ। ਉਹਦਾ ਓਬਵੀਅਸ ਹੀ ਗੱਲ ਕਿ ਜਿਹੜਾ ਸਿਗਨਲ ਆ ਉਸ ਨੂੰ ਰੀਟਰੇਸ ਕਰਨਾ ਯਾਨੀ ਉਹਨੂੰ ਰਿਟਰੀਵ ਕਰਨਾ ਮੋਰ ਕਨਵੀਨੀਐਂਟ ਆ ਐਜ਼ ਕੰਪੇਅਰ ਟੂ ਦਾ ਐਨਾਲੌਗ ਵਨ, ਕਿਉਂਕਿ ਉਹ ਡਿਜੀਟਲ ਫਾਰਮ 'ਚ ਹੁੰਦਾ 0 1 0 1। ਵੇਅਰ ਇਨ ਐਨਾਲੌਗ ਫਾਰਮ ਉਸ ਦੇ ਵਿੱਚ ਕਿਆ ਹੁੰਦੀਆਂ ਡਿਸਟੋਰਸ਼ਨ, ਜਿਸ ਨੂੰ ਰਿਟਰੀਵ ਕਰਨ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ, ਉਹ ਇੰਨਾ ਜ਼ਿਆਦਾ ਕਨਵੀਨੀਐਂਟ ਨਹੀਂ ਰਹਿੰਦਾ। ਨੈਕਸਟ ਕੀ ਆ ਕਪੈਸਿਟੀ। ਇਹਦਾ ਮਤਲਬ ਜੇਕਰ ਉਹ ਡਿਜੀਟਲ ਫਾਰਮ ਦੇ ਵਿੱਚ ਹੈ ਇਹਦਾ ਮਤਲਬ ਆਪਾਂ ਜਿਹੜਾ ਬੈਂਡ ਹੈ ਉਸਨੂੰ ਅੱਛੇ ਤਰੀਕੇ ਨਾਲ ਯੂਟੀਲਾਈਜ਼ ਕਰ ਸਕਦੇ। ਸੋ ਕਪੈਸਿਟੀ ਆਫ ਚੈਨਲ ਇਜ਼ ਇਫੈਕਟਿਵਲੀ ਯੂਟੀਲਾਈਜ਼ਡ ਬਾਏ ਡਿਜੀਟਲ ਸਿਗਨਲ। ਇਹਦਾ ਮਤਲਬ ਜਿਹੜਾ ਆਪਣਾ ਚੈਨਲ ਆ ਆਪਾਂ ਉਸਨੂੰ ਬੜੇ ਹੀ ਇਫੈਕਟਿਵ ਵੇ ਦੇ ਨਾਲ ਯੂਜ਼ ਕਰ ਸਕਦੇ ਹਾਂ ਇਨ ਡਿਜੀਟਲ ਸਿਗਨਲਸ ਐਜ਼ ਕੰਪੇਅਰ ਟੂ ਦਾ ਐਨਾਲੌਗ ਵਨ। ਥੀਸ ਆਰ ਆਲ ਦੀ ਐਡਵਾਂਟੇजेस ऑफ डिजिटल सिग्नल्स। ठीक है, नेक्स्ट क्या है बेसिक ब्लॉक डायग्राम ऑफ डिजिटल कम्युनिकेशन सिस्टम। बेसिक ब्लॉक डायग्राम हेयर देखो क्या these are all the elements of digital communication system। here is a source, here is source। ਇਸ ਤੋਂ ਕੀ ਮਿਲੇਗੀ ਆਪਾਂ ਨੂੰ ਇਨਫੋਰਮੇਸ਼ਨ, ਫਿਰ ਆਪਾਂ ਉਸ ਇਨਫੋਰਮੇਸ਼ਨ ਨੂੰ ਕੀ ਕਰਾਂਗੇ ਕਨਵਰਟ ਕਰਾਂਗੇ। ਜਿਹੜੇ ਇਨਫੋਰਮੇਸ਼ਨ ਹੋਏਗੀ ਅਵੇਲੇਬਲ ਉਹ ਕਿਸ ਫਾਰਮ ਦੇ ਵਿੱਚ ਹੋਊਗੀ ਐਨਾਲੌਗ ਫਾਰਮ। ਐਨਾਲੌਗ ਮਤਲਬ ਇਸ ਤਰ੍ਹਾਂ ਉਹ ਕਿਸ ਫਾਰਮ 'ਚ ਹੋਊਗੀ ਐਨਾਲੌਗ ਫਾਰਮ ਦੇ। ਸਪੋਜ਼ ਕਰ ਲਓ ਕੋਈ ਆਪਾਂ ਸਪੀਕਰ, ਠੀਕ ਹੈ, ਕੋਈ ਸਪੀਕਰ ਹੈ ਜਿਸ ਤਰ੍ਹਾਂ ਮਾਈਕ ਹੈ ਲਗਾਵਾਂਗੇ, ਠੀਕ ਹੈ, ਉਸ ਦੇ ਵਿੱਚ ਕੀ ਆਏਗਾ ਸਿਗਨਲ ਆਏਗਾ, ਆਪਾਂ ਜੋ ਬੋਲ ਰਹੇ ਹਾਂ ਸਪੀਚ ਉਹ ਵੀ ਕੀ ਹੋਊਗੀ ਐਨਾਲੌਗ ਫਾਰਮ ਦੇ ਵਿੱਚ। ਉਹ ਜਿਹੜੀ ਸਪੀਚ ਹੈ ਉਸਨੂੰ ਪਹਿਲਾਂ ਉਹ ਕੀ ਕਰਾਂਗੇ ਆਪਾਂ ਉਸਨੂੰ ਕਨਵਰਟ ਕਰਾਂਗੇ ਇਨ ਅ ਡਿਜੀਟਲ ਫਾਰਮ ਵਿਦ ਦੀ ਹੈਲਪ ਆਫ ਟਰਾਂਸਡਿਊਸਰਸ। ਕਿਹੜਾ ਟਰਾਂਸਡਿਊਸਰ ਹੈ ਇਨਪੁਟ ਟਰਾਂਸਡਿਊਸਰ ਹੇਅਰ, ਠੀਕ ਹੈ। ਐਂਡ ਦੈਨ ਵੀ ਕਨਵਰਟ ਦੈਟ ਐਨਾਲੌਗ ਫਾਰਮ ਟੂ ਦਾ ਡਿਜੀਟਲ ਫਾਰਮ ਬਾਈ ਯੂਜ਼ਿੰਗ A to D ਕਨਵਰਟਰ। ਐਂਡ ਦੈਨ ਆਪਾਂ ਕੀ ਲਗਾਇਆ ਸੋਰਸ ਐਨਕੋਡਰ। ਉਸ ਤੋਂ ਬਾਅਦ ਨੈਕਸਟ ਕੀ ਚਲੇ ਜਾਏਗਾ ਉਹ ਚੈਨਲ ਦੇ ਵਿੱਚ, ਫਿਰ ਚੈਨਲ ਤੋਂ ਬਾਅਦ
ਆਪਾਂ ਉਸ ਨੂੰ ਕੀ ਕਰਾਂਗੇ, ਡਿਜੀਟਲ ਟੂ ਐਨਾਲੌਗ ਕਨਵਰਟ ਕਰ ਦਾਂਗੇ। ਫਿਰ ਉਸ ਦੀ ਮੋਡੂਲੇਸ਼ਨ ਕਰਕੇ ਡਿਜੀਟਲ ਤੋਂ ਐਨਾਲੌਗ ਫਾਰਮ 'ਚ ਕਨਵਰਟ ਕਰਾਂਗੇ। ਦੈਨ ਉਹ ਚੈਨਲ ਜਿਹੜਾ ਹੈਗਾ ਆਪਣਾ ਉਸ ਦੇ ਥਰੂ ਕੀ ਕਰੇਗਾ, ਟਰੈਵਲ ਕਰੇਗਾ। ਫਿਰ ਦੂਸਰੀ ਸਾਈਡ ਕੀ ਹੋਏਗਾ, ਉਹ ਰਿਸੀਵ ਹੋਏਗਾ। ਇਹਦਾ ਮਤਲਬ ਜਿਹੜਾ ਐਨਾਲੌਗ ਸਿਗਨਲ, ਜਿਹੜਾ ਮੋਡੂਲੇਟਡ ਸਿਗਨਲ ਸੀ, ਉਸਨੂੰ ਆਪਾਂ ਨੂੰ ਕੀ ਕਰਨਾ ਪੈਣਾ, ਹੁਣ ਡੀਮੋਡੂਲੇਟ। ਇੱਥੇ ਆਪਾਂ ਕੀ ਕਰਾਂਗੇ, ਫਿਰ ਉਸਨੂੰ ਡੀਮੋਡੂਲੇਟ। ਦਿਸ ਵਨ ਇਜ਼ ਫॉर ਟਰਾਂਸਮਿਸ਼ਨ, ਦਿਸ ਵਨ ਇਜ਼ ਫॉर ਰਿਸੀਵਰ। ਠੀਕ ਹੈ, ਇਹ ਟਰਾਂਸਮੀਟਰ ਵਾਸਤੇ, ਇੱਥੇ ਰਿਸੀਵਰ ਵਾਸਤੇ। ਇਹ ਸਾਰਾ ਪ੍ਰੋਸੈਸ ਟਰਾਂਸਮਿਸ਼ਨ ਦਾ ਹੈ। ਠੀਕ ਹੈ, ਦਿਸ ਵਨ ਇਜ਼ ਫॉर ਰਿਸੈਪਸ਼ਨ ਆਫ ਸਿਗਨਲ। ਚਲੋ ਦੇਖੋ, ਫਿਰ ਉਸ ਤੋਂ ਬਾਅਦ ਕੀ ਹੋਇਆ, ਉਸਨੂੰ ਡੀਕੋਡ ਕਰਾਂਗੇ। ਇੱਥੇ ਆਪਾਂ ਉਸਨੂੰ ਕੀ ਕੀਤਾ ਸੀ, ਐਨਕੋਡ। ਫਿਰ ਆਪਾਂ ਉਸਨੂੰ ਕੀ ਕਰਾਂਗੇ, ਡੀਕੋਡ। ਇਹਦਾ ਮਤਲਬ ਸੋਰਸ ਤੋਂ ਡੀਕੋਡਰ, ਫਿਰ ਸੋਰਸ ਡੀਕੋਡਰ ਲਗਾਵਾਂਗੇ। ਉਸ ਤੋਂ ਬਾਅਦ ਉਸਨੂੰ ਆਪਾਂ ਰੀਟਰੇਸ ਕਰ ਲਵਾਂਗੇ, ਜਿਹੜਾ ਉਹ ਕੀ ਬਣ ਜਾਏਗਾ ਫਿਰ ਆਪਣੇ ਕੋਲ ਆਊਟਪੁੱਟ ਸਿਗਨਲ। ਇੱਥੇ ਕੀ ਯੂਜ਼ ਕਰਾਂਗੇ, ਆਊਟਪੁੱਟ ਟਰਾਂਸਡਿਊਸਰ, ਔਰ ਦੈਟ ਡਿਜੀਟਲ ਫਾਰਮ ਦੇ ਵਿੱਚ ਮਿਲਿਆ ਸੀ ਆਪਾਂ ਨੂੰ, ਉਸਨੂੰ ਕਨਵਰਟ ਕਰਾਂਗੇ ਫਿਰ ਦੁਬਾਰਾ ਵਿੱਚ ਐਕਚੁਅਲ ਫਾਰਮ ਦੇ ਵਿੱਚ, ਜਿੱਥੇ ਕਿ ਜੋ ਕੀ ਹੋਏਗੀ ਆਪਣੀ ਆਊਟਪੁੱਟ ਸਿਗਨਲ, ਦੈਟ ਇਜ਼ ਜਿਹੜੀ ਆਪਾਂ ਸਪੀਚ ਬੋਲੀ ਹੋਊਗੀ। ਠੀਕ ਹੈ, ਸੋ ਦਿਸ ਇਜ਼ ਆਲ ਅਬਾਊਟ block diagram of digital communication system. चलो we will study brief about it. So first one is input transducer. Transducers क्या करते हैं, they converts any signal physical ਜਾਂ कह लो कोई physical value है, ठीक है, ਉਸਨੂੰ ਆਪਾਂ ਕਨਵਰਟ ਕਰਦੇ ਇਨਾਂ ਇਲੈਕਟ੍ਰੀਕਲ ਫਾਰਮਸ। ਉਹ ਕੀ ਕਰਦੇ, ਉਹਨਾਂ ਨੂੰ ਕਨਵਰਟ ਕਰਦੇ ਇਨਾਂ ਇਲੈਕਟ੍ਰੀਕਲ ਫਾਰਮ, ਜਿਸ ਤਰ੍ਹਾਂ ਕਿ ਮਾਈਕਰੋਫੋਨ। ਹੁਣ ਕੀ ਹੈਗਾ, ਦਿਸ ਬਲੌਕ ਆਲਸੋ ਕੰਸਿਸਟ ਆਫ ਐਨਾਲੌਗ ਟੂ ਡਿਜੀਟਲ ਕਨਵਰਟਰ। ਇਹਦਾ ਮਤਲਬ ਕੀ ਹੈਗਾ, ਜਿਹੜਾ ਉਹ ਐਨਾਲੌਗ ਫਾਰਮ ਆ ਉਸਨੂੰ ਆਪਾਂ ਨੂੰ ਕਿਸ ਫਾਰਮ 'ਚ ਕਨਵਰਟ ਕਰਨਾ ਪਏਗਾ, ਡਿਜੀਟਲ ਫਾਰਮ, ਮਤਲਬ ਇਨਾਂ ਬਾਈਨਰੀ ਸੀਕੁਐਂਸ 0101 ਫਾਰਮ ਦੇ ਵਿੱਚ। ਫਿਰ ਉਸ ਤੋਂ ਬਾਅਦ ਆਪਾਂ ਕੀ ਲਗਾਇਆ, ਸੋਰਸ ਐਨਕੋਡਰ। ਇਹ ਜਿਹੜਾ ਸੋਰਸ ਐਨਕੋਡਰ ਆ ਉਹ ਇਸ ਡਾਟਾ ਨੂੰ ਕੀ ਕਰ ਦਿੰਦਾ ਆ, ਮਿਨੀਮਮ ਨੰਬਰ ਆਫ ਬਿਟਸ ਦੇ ਵਿੱਚ ਕੰਪਰੈਸ ਕਰ ਦਿੰਦਾ ਹੈ। ਠੀਕ ਹੈ, ਇਹਨਾਂ ਨੂੰ ਕੀ ਕਰ ਦਿੰਦਾ, ਉਹਨਾਂ ਨੂੰ ਕੰਪਰੈਸ ਕਰ ਦਿੰਦਾ ਇਨਾਂ ਮਿਨੀਮਮ ਨੰਬਰ ਆਫ ਬਿਟਸ। ਸੋ ਦ ਸੋਰਸ ਐਨਕੋਡਰ ਕੰਪਰੈਸਿਸ ਦ ਡਾਟਾ ਇਨਟੂ ਮਿਨੀਮਮ ਨੰਬਰ ਆਫ ਬਿਟਸ। ਦਿਸ ਪ੍ਰੋਸੈਸ ਹੈਲਪਸ ਅਸ ਇਫੈਕਟਿਵਲੀ ਯੂਟੀਲਾਈਜੇਸ਼ਨ ਆਫ ਬੈਂਡਵਿਡਥ। ਜਿਹੜੀ ਆਪਣੀ ਬੈਂਡਵਿਡਥ ਆ ਉਸਨੂੰ ਆਪਾਂ ਇਸ ਦੀ ਹੈਲਪ ਦੇ ਨਾਲ ਇਫੈਕਟਿਵਲੀ ਯੂਟੀਲਾਈਜ਼ ਕਰ ਸਕਦੇ, ਯੂਜ਼ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਕਿਆ ਹੈਗਾ, ਉਸ ਦੇ ਨਾਲ ਹੀ ਅਟੈਚ ਹੈਗਾ ਚੈਨਲ ਐਨਕੋਡਰ। ਚੈਨਲ ਐਨਕੋਡਰ ਮਤਲਬ ਆਪਾਂ ਕੀ ਕਰਨਾ, ਹੁਣ ਇਸ ਦੇ ਨਾਲ ਕੋਡ ਸੈਂਡ ਕਰ ਦੇਣੇ ਆ। ਠੀਕ ਹੈ, ਉਸ ਤਾਂ ਜੋ ਕਿ ਆਪਾਂ ਉਸ ਐਰਰਸ ਨੂੰ ਕਰੈਕਟ ਕਰ ਸਕੀਏ। ਅਗਰ ਡਿਊਰਿੰਗ ਦਾ ਟਰਾਂਸਮਿਸ਼ਨ ਕੋਈ ਐਰਰ ਆ ਜਾਂਦੀ, ਕੋਈ ਸਿਗਨਲ ਦੇ ਵਿੱਚ ਕੋਈ ਡਿਸਟੋਰਸ਼ਨ ਜਾਂ ਕਹਿ ਲਓ ਕੋਈ ਅਲਟਰ ਹੋ ਜਾਂਦਾ, ਤਾਂ ਆਪਾਂ ਕੀ ਕਰ ਸਕਦੇ, ਉਸ ਨੂੰ ਕਰੈਕਟ ਕਰ ਸਕਦੇ ਹਾਂ ਇਸ ਦੀ, ਅਤੇ ਨਾਲੇ ਇਸ ਦੀ ਹੈਲਪ ਦੇ ਨਾਲ ਆਪਾਂ ਉਹਨੂੰ ਉਸ ਚੀਜ਼ ਨੂੰ ਡਿਟੈਕਟ ਵੀ ਕਰ ਸਕਦੇ ਹਾਂ। ਦਿਸ ਕੈਨ ਬੀ ਅਕਰ ਡਿਊ ਟੂ ਦਾ ਨੋਇਸ। ਠੀਕ ਹੈ, ਜਿਹੜੀ ਅਲਟਰੇਸ਼ਨ ਹੁੰਦੀ ਹੈ ਸਿਗਨਲ ਦੀ, ਉਹ ਅਕਰ ਕਿਉਂ ਹੁੰਦੀ ਹੈ, ਕਿਉਂਕਿ ਕੋਈ ਨਾ ਕੋਈ ਨੋਇਸ ਆ ਜਾਂਦੀ ਡਿਊਰਿੰਗ ਦਾ ਟਰਾਂਸਮਿਸ਼ਨ। ਉਸ ਚੀਜ਼ ਤੋਂ ਰਿਡਿਊਸ ਕਰਨ ਵਾਸਤੇ ਕਿ ਆਪਣੇ ਕੋਲ ਡਿਊਰਿੰਗ ਦਾ ਰਿਸੈਪਸ਼ਨ ਆਪਣੇ ਕੋਲ ਕੋਈ ਐਰਰ ਨਾ ਆਵੇ ਸਿਗਨਲ ਦੇ ਵਿੱਚ, ਆਪਾਂ ਕੀ ਕਰ ਦਿੰਦੇ, ਉਸ ਨੂੰ ਐਨਕੋਡ ਕਰ ਦਿੰਦੇ, ਮਤਲਬ ਉਸ ਨੂੰ ਐਨਕੋਡਡ ਫਾਰਮ ਦੇ ਵਿੱਚ ਭੇਜਦੇ ਆ। ਠੀਕ ਹੈ, ਇਹ ਕਿੱਦਾਂ ਕਰਦੇ ਹਾਂ, ਆਪਾਂ ਕੀ ਕਰਦੇ, ਇੱਕ ਅੱਧਾ ਬਿਟ ਐਡ ਕਰ ਦਿੰਦੇ ਆ, ਜਿਹੜਾ ਕਿ ਐਰਰ ਕਰੈਕਟਿੰਗ ਬਿਟ ਬਣ ਜਾਂਦਾ। ਠੀਕ ਹੈ, ਉਸੇ ਨਾਲ ਹੀ ਆਪਾਂ ਇਸ ਦੀ ਹੈਲਪ ਦੇ ਨਾਲ ਆਪਣਾ ਜਿਹੜਾ ਸਿਗਨਲ ਆ ਉਹ ਕੀ ਹੋ ਜਾਂਦਾ, ਐਨਕੋਡਡ। ਨੈਕਸਟ ਕਿਆ ਹੈਗਾ, ਡਿਜੀਟਲ ਮੋਡੂਲੇਟਰ। ਡਿਜੀਟਲ ਮੋਡੂਲੇਟਰ ਦੇ ਵਿੱਚ ਕੀ ਆ ਕਿ ਜਿਹੜਾ ਸਿਗਨਲ ਵਾ ਉਹ ਕੀ ਕਰਨਾ, ਆਪਾਂ ਮੋਡੂਲੇਟਡ ਫਾਰਮ ਦੇ ਵਿੱਚ ਕਨਵਰਟ ਕਰ ਦੇਣਾ ਬਾਏ ਐਡਿੰਗ ਇਟ ਟੂ ਦਾ ਕੈਰੀਅਰ। ਠੀਕ ਹੈ, ਬਾਏ ਅ ਕੈਰੀਅਰ, ਇੱਕ ਕੈਰੀਅਰ ਉਸ ਦੇ ਵਿੱਚ ਆਪਾਂ ਕੀ ਕਰਨਾ, ਇਸ ਨੂੰ ਮਿਕਸ ਕਰ ਦੇਣਾ। ਠੀਕ ਹੈ, ਜਦੋਂ ਉਹ ਮਿਕਸ ਹੋ ਜਾਏਗਾ ਕੈਰੀਅਰ ਦੇ ਵਿੱਚ, ਠੀਕ ਹੈ, ਫਿਰ ਉਹ ਕੀ ਹੋ ਜਾਏਗਾ, ਮੋਡੂਲੇਟਡ ਫਾਰਮ ਦੇ ਵਿੱਚ ਕਨਵਰਟ ਹੋ ਜਾਏਗਾ। ਐਂਡ ਦੈਨ ਆਪਾਂ ਉਸ ਨੂੰ ਟਰੈਵਲ ਕਰਾਵਾਂਗੇ। ਠੀਕ ਹੈ, ਦੈਨ ਕੀ ਕਰਾਂਗੇ, ਦੈਨ ਸਿਗਨਲ ਇਜ਼ ਕਨਵਰਟਡ ਟੂ ਐਨਾਲੌਗ ਫਾਰਮ ਫਰੋਮ ਅ ਡਿਜੀਟਲ ਸੀਕੁਐਂਸ। ਜਿਹੜੇ ਉਹ ਡਿਜੀਟਲ ਸੀਕੁਐਂਸ ਹੈ ਉਸਨੂੰ ਆਪਾਂ ਕਿਸ ਫਾਰਮ 'ਚ ਕਨਵਰਟ ਕਰ ਲਾਂਗੇ, ਐਨਾਲੌਗ ਫਾਰਮ ਦੇ ਵਿੱਚ। ਫਿਰ ਉਹ ਸੈਂਡ ਕਿਸ ਨੂੰ ਕਰ ਦਾਂਗੇ, ਆਪਣੇ ਚੈਨਲ ਨੂੰ। ਸੋ
ਚੈਨਲ ਕੀ ਹੈਗਾ, ਇੱਕ ਮੀਡੀਆ ਜਿਹਦੇ ਥਰੂ ਕੀ ਕਰਦਾ, ਉਹ ਟਰੈਵਲ ਕਰਦਾ। ਠੀਕ ਹੈ, ਇਹ ਚੈਨਲ ਇਜ਼ ਅ ਮੀਡੀਆ ਫਰੋਮ ਵੇਅਰ ਇਹ ਕੀ ਕਰਦਾ ਆ, ਜਿਹਦੇ ਵਿੱਚੋਂ ਸਿਗਨਲ ਟਰੈਵਲ ਕਰਦਾ। ਠੀਕ ਹੈ, ਸੋ ਇਹ ਕੀ ਹੁੰਦਾ, ਗੈਪ ਬਿਟਵੀਨ ਟਰਾਂਸਮੀਟਰ ਐਂਡ ਰਿਸੀਵਰ। ਜਿਹੜਾ ਟਰਾਂਸਮੀਟਰ ਅਤੇ ਰਿਸੀਵਰ ਦੇ ਵਿਚਕਾਰਲਾ ਗੈਪ ਹੁੰਦਾ ਉਸ ਨੂੰ ਕੀ ਕਹਿੰਦੇ ਆਪਾਂ, ਚੈਨਲ। ਠੀਕ ਹੈ, ਜਿਹੜਾ ਸਿਗਨਲ ਆ ਉਹ ਚੈਨਲ ਦੇ ਥਰੂ ਕੀ ਕਰਦਾ, ਟਰੈਵਲ ਕਰਦਾ। ਠੀਕ ਹੈ, ਨੈਕਸਟ ਕੀ ਆ ਜਾਂਦਾ ਫਿਰ ਡਿਜੀਟਲ ਡੀਮੋਡੂਲੇਟਰ। ਹੁਣ ਜਿਹੜਾ ਉਹ ਸਿਗਨਲ ਹੈ ਉਸਨੂੰ ਆਪਾਂ ਨੂੰ ਕੀ ਕਰਨਾ ਪਏਗਾ, ਡੀਮੋਡੂਲੇਟ। ਠੀਕ ਹੈ, ਉਸ ਤੋਂ ਕੈਰੀਅਰ ਦੇ ਵਿੱਚੋਂ ਉਸ ਮੋਡੂਲੇਟਡ ਸਿਗਨਲ ਨੂੰ ਆਪਾਂ ਅਲੱਗ ਕਰ ਲਵਾਂਗੇ। ਠੀਕ ਹੈ, ਜਦੋਂ ਆਪਾਂ ਉਸ ਮੋਡੂਲੇਟਡ ਸਿਗਨਲ ਨੂੰ ਅਲੱਗ ਕਰ ਲਵਾਂਗੇ, ਵੀ ਕਨਵਰਟ ਦੈਟ ਸਿਗਨਲ ਅਗੇਨ ਟੂ ਡਿਜੀਟਲ ਫੋਰਮ। ਠੀਕ ਹੈ, ਅਗੇਨ ਐਨਾਲੌਗ ਟੂ ਡਿਜੀਟਲ ਫੋਰਮ। ਠੀਕ ਹੈ, ਫਿਰ ਆਪਾਂ ਕੀ ਕਰਾਂਗੇ, ਉਸ ਐਨਕੋਡਡ ਫੋਰਮ ਨੂੰ ਡੀਕੋਡ ਕਰਾਂਗੇ। ਠੀਕ ਹੈ, ਉਸ ਜਿਹੜੀ ਐਨਕੋਡਡ ਫੋਰਮ ਆ ਉਸਨੂੰ ਕੀ ਕਰਨਾ, ਆਪਾਂ ਡੀਕੋਡ ਕਰਨਾ। ਸੋ ਇੱਥੇ ਕੀ ਆਪਾਂ ਫਿਰ ਯੂਜ਼ ਕਰਾਂਗੇ, ਚੈਨਲ ਡੀਕੋਡਰ, ਜਿਸ ਦੀ ਹੈਲਪ ਦੇ ਨਾਲ ਅਗਰ ਕੋਈ ਐਰਰਸ ਵਗੈਰਾ ਕਰ ਆਈਆਂ ਨੇ ਉਸਨੂੰ ਵੀ ਆਪਾਂ ਰਿਡਿਊਸ ਕਰਾਂਗੇ, ਤਾਂ ਜੋ ਕਿ ਆਪਣੇ ਕੋਲ ਕਰੈਕਟ ਸਿਗਨਲ ਰਿਸੀਵ ਹੋਵੇ। ਠੀਕ ਹੈ, ਫਿਰ ਆਪਾਂ ਕੀ ਕਰਾਂਗੇ, ਦੈਨ ਉਸ ਸੋਰਸ ਨੂੰ ਡਿਕੋਡ ਕਰਾਂਗੇ। ਸੋਰਸ ਦਾ ਮਤਲਬ ਉਹਨੂੰ ਡਿਜੀਟਲ ਫੋਰਮ ਜਿਹੜੀ ਹੈਗੀ ਆ ਉਸਨੂੰ ਪਿਓਰ ਫੋਰਮ ਦੇ ਵਿੱਚ ਲੈ ਕੇ ਆਉਣਾ। ਠੀਕ ਹੈ, ਉਸਨੂੰ ਕੀ ਕਰਨਾ, ਆਪਾਂ ਪਿਓਰ ਫੋਰਮ ਦੇ ਵਿੱਚ ਲੈ ਕੇ ਆਉਣਾ, ਵਿਦਆਊਟ ਲੂਜ਼ਿੰਗ ਦਾ ਇਨਫੋਰਮੇਸ਼ਨ, ਬਿਨਾਂ ਲੂਜ਼ ਕੀਤੇ ਹੋਏ ਆਪਣੀ ਇਨਫੋਰਮੇਸ਼ਨ। ਫਿਰ ਜਿਹੜਾ ਉਹ ਸਿਗਨਲ ਹੈ ਅਗੇਨ ਉਸਨੂੰ ਕੀ ਕਰਾਂਗੇ, ਕਨਵਰਟ ਕਰਾਂਗੇ ਵਿਦ ਦੀ ਹੈਲਪ ਆਫ ਅ ਟਰਾਂਸਡਿਊਸਰ ਟੂ ਅ ਐਨਾਲੌਗ ਫੋਰਮ। ਠੀਕ ਹੈ, ਇਹ ਜਿਹੜਾ ਡਿਜੀਟਲ ਜਿਹੜੀ ਫੋਰਮ ਆ ਉਸਨੂੰ ਆਪਾਂ ਨੂੰ ਕਿਸ ਦੇ ਵਿੱਚ ਕਨਵਰਟ ਕਰਨਾ ਪਏਗਾ, ਐਨਾਲੌਗ ਫੋਰਮ ਦੇ ਵਿੱਚ। ਠੀਕ ਹੈ, ਫਿਰ ਅਗੇਨ ਆਪਾਂ ਕੀ ਕਰਾਂਗੇ, ਕਨਵਰਟ ਦਾ ਸਿਗਨਲ ਇਨਟੂ ਦਾ ਫਿਜ਼ੀਕਲ ਫੋਰਮ, ਜਿਹੜੀ ਉਹ ਪਹਿਲਾ ਫੋਰਮ ਦੇ ਵਿੱਚ ਆਪਾਂ ਟਰਾਂਸਮਿਟ ਕੀਤਾ ਸੀ, ਯਾਨੀ ਜਿਹੜੀ ਪਹਿਲਾਂ ਸੀ ਟਰਾਂਸਮਿਸ਼ਨ ਤੋਂ ਪਹਿਲਾਂ ਜਿਹੜੀ ਆਪਾਂ ਇਨਪੁਟ ਲਈ ਸੀ ਉਹੀ ਆਪਣੇ ਆਊਟਪੁੱਟ 'ਤੇ ਆਉਣਾ ਚਾਹੀਦਾ। ਇਸ ਕਰਕੇ ਆਪਾਂ ਉਸ ਨੂੰ ਉਸ ਸੇਮ ਫੋਰਮ ਦੇ ਵਿੱਚ, ਉਹ ਕਿਉਂਕਿ ਉਹ ਐਨਾਲੌਗ ਸਿਗਨਲ ਸੀ, ਹੇਅਰ ਦਿਸ ਇਜ਼ ਐਨਾਲੌਗ ਸਿਗਨਲ, ਹੇਅਰ ਆਊਟਪੁੱਟ ਵੀ ਫਿਰ ਕੀ ਆਉਣੀ ਚਾਹੀਦੀ ਹੈ, ਐਨਾਲੌਗ ਫੋਰਮ ਦੇ ਵਿੱਚ। ਠੀਕ ਹੈ, ਇਹਦਾ ਮਤਲਬ ਉਹ ਜਿਹੜਾ ਫੋਰਮ ਹੈ ਉਹ ਸੇਮ ਜਿਹੜੀ ਪਹਿਲਾਂ ਸੀ ਉਹੀ ਹੀ ਆਪਣੇ ਕੋਲ ਰਿਸੀਵ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਕਿਆ ਹੈ, ਬੇਸਿਕ ਬਲੌਕ ਡਾਇਗਰਾਮ ਆਫ ਡਾਟਾ ਕਮਿਊਨੀਕੇਸ਼ਨ ਸਿਸਟਮ। ਹੁਣ ਕਿਆ ਹੈਗਾ, ਆਪਾਂ ਡਾਟਾ ਨੂੰ ਕੀ ਕਰਨਾ ਆ, ਕਮਿਊਨੀਕੇਟ ਕਰਨਾ ਫਰੋਮ ਵਨ ਪਾਰਟ ਟੂ ਦਾ ਅਨਦਰ ਪਾਰਟ। ਇਹਦਾ ਮਤਲਬ ਫਰੋਮ ਵਨ ਪਲੇਸ ਟੂ ਅਨਦਰ ਪਲੇਸ। ਆਪਾਂ ਇਹ ਲੋਕਲੀ ਵੀ ਟਰਾਂਸਮਿਟ ਕਰ ਸਕਦੇ ਹਾਂ, ਆਪਾਂ ਇਸ ਨੂੰ ਕਿਸੇ ਇੱਕ ਏਰੀਆ ਤੋਂ ਦੂਸਰੇ ਏਰੀਆ 'ਤੇ ਵੀ ਭੇਜ ਸਕਦੇ ਹਾਂ। ਠੀਕ ਹੈ, ਹੁਣ ਜਿਹੜਾ ਇਹ ਸਾਰੀ ਕਮਿਊਨੀਕੇਸ਼ਨ ਹੋ ਰਹੀ ਆ ਉਹ ਕੀ ਹੋਊਗੀ, ਇੰਨਾ ਡਾਟਾ ਫਾਰਮ। ਡਾਟਾ ਕੀ ਹੋ ਸਕਦਾ ਆ, ਕੁਛ ਵੀ ਹੋ ਸਕਦਾ। ਠੀਕ ਹੈ, ਇਹ ਕੋਈ ਵੀ ਸੈੱਟ ਆਫ ਇੰਸਟਰਕਸ਼ਨਸ ਵੀ ਹੋ ਸਕਦੀਆਂ ਨੇ। ਠੀਕ ਹੈ, ਇਹ ਕੁਛ ਵੀ, ਕੋਈ ਕੰਸੈਪਟ ਵੀ ਹੋ ਸਕਦਾ, ਕੋਈ ਫੈਕਟ ਵੀ ਹੋ ਸਕਦਾ। ਠੀਕ ਹੈ, ਇਸ ਦੇ ਵਿੱਚ ਕੀ ਹੁੰਦੀ ਹੈ, ਆਪਣੀ ਇਨਫੋਰਮੇਸ਼ਨ। ਇਸ ਦੇ ਵਿੱਚ ਕਿਆ ਹੁੰਦੀ ਹੈ, ਆਪਣੀ ਇਨਕਲੂਡ ਇਨਫੋਰਮੇਸ਼ਨ। ਇਟ ਕੈਨ ਬੀ ਇਨ ਬਾਈਨਰੀ ਫੋਰਮ। ਇਹ ਕਿਹੜੀ ਫੋਰਮ ਦੇ ਵਿੱਚ ਹੋ ਸਕਦੀ ਹੈ, ਬਾਈਨਰੀ ਫੋਰਮ। ਆਪਾਂ ਹੁਣ ਡਿਜੀਟਲ ਕਮਿਊਨੀਕੇਸ਼ਨ ਕਰ ਰਹੇ, ਇਹਦਾ ਮਤਲਬ ਜਿਹੜਾ ਡਾਟਾ ਹੈ ਉਹ ਡਿਜੀਟਲ ਫੋਰਮ ਦੇ ਵਿੱਚ ਹੋਊਗਾ। ਇਹਦਾ ਮਤਲਬ 1 0 1 ਇਸ ਤਰ੍ਹਾਂ ਦੀ ਫੋਰਮ ਦੇ ਵਿੱਚ ਹੋਊਗਾ। ਹੁਣ ਬੇਸਿਕਲੀ ਆਪਾਂ ਕੰਪਿਊਟਰਸ ਸਿਸਟਮਸ ਯੂਜ਼ ਕਰਦੇ ਹਾਂ। ਠੀਕ ਹੈ, ਜਿਹੜੇ ਕੰਪਿਊਟਰਸ ਆ ਉਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਅਸੈਪਟ ਕਰਦੇ ਆ ਇਨ ਡਿਜੀਟਲ ਫੋਰਮ। ਸੋ ਕੀ ਕਰਨਾ, ਇਸ ਕਮਿਊਨੀਕੇਸ਼ਨ ਦੇ ਵਿੱਚ ਆਪਾਂ ਕੀ ਯੂਜ਼ ਕਰਾਂਗੇ, ਕੰਪਿਊਟਰਸ। ਆਪਾਂ ਕੀ ਯੂਜ਼ ਕਰ ਸਕਦੇ ਹਾਂ, ਕੰਪਿਊਟਰਸ। ਇਹਦਾ ਮਤਲਬ ਉਸ ਤਰ੍ਹਾਂ ਦੀ ਹੈਲਪ ਦੇ ਨਾਲ ਵੀ ਆਪਾਂ ਇਸ ਡਾਟਾ ਨੂੰ ਰੀਪ੍ਰਜੈਂਟ ਕਰ ਸਕਦੇ ਹਾਂ। ਠੀਕ ਹੈ, ਹੁਣ ਜਿਹੜੀਆਂ ਇਹ ਡਾਟਾ ਕਮਿਊਨੀਕੇਸ਼ਨਸ ਵਾ ਇਹ ਕਿਸ ਤਰ੍ਹਾਂ ਅਕਰਸ ਹੁੰਦੀਆਂ ਨੇ, ਇਟ ਅਕਰਸ ਇਨ ਮਸਟ ਬੀ ਇਨ ਅ ਪਾਰਟ ਆਫ ਕਮਿਊਨੀਕੇਸ਼ਨ ਸਿਸਟਮ ਬਾਈ ਮੇਡ ਕੰਬੀਨੇਸ਼ਨ ਆਫ ਹਾਰਡਵੇਅਰ ਐਂਡ ਸੋਫਟਵੇਅਰ। ਇਹਦਾ ਮਤਲਬ to communicate from one place to another place, for the data communication we requires hardware and software। ਇਹਦਾ ਮਤਲਬ ਹਾਰਡਵੇਅਰ ਦੇ ਨਾਲ ਨਾਲ ਆਪਾਂ ਨੂੰ ਸੋਫਟਵੇਅਰ ਦੀ ਵੀ ਜ਼ਰੂਰਤ ਪੈਂਦੀ ਆ ਇਨ ਡਾਟਾ ਕਮਿਊਨੀਕੇਸ਼ਨ ਸਿਸਟਮ। ਸੋ ਇਸ ਦੇ 3 ਫੰਡਾਮੈਂਟਲਸ ਆ। ਠੀਕ ਹੈ, ਕਿਹੜੇ ਕਿਹੜੇ, ਡਿਲੀਵਰੀ, ਐਕੂਰੇਸੀ, ਟਾਈਮਲਾਈਨੈਸ। ਠੀਕ ਹੈ, ਪਹਿਲਾਂ ਕੀ ਹੈਗੀ ਆ, ਡਿਲੀਵਰੀ। ਡਿਲੀਵਰੀ ਦਾ ਕਿਆ ਮਤਲਬ ਆ ਕਿ ਜਿਹੜਾ ਡਾਟਾ ਆ ਉਹ ਆਪਣੀ ਜਿਹੜੀ ਆ ਕਰੈਕਟ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਜਾਵੇ। ਠੀਕ ਹੈ, ਇਹਦਾ ਮਤਲਬ ਆਪਾਂ ਕੀ ਕਰ ਰਹੇ ਹਾਂ, ਡਾਟਾ ਨੂੰ ਸੈਂਡ ਕਰ ਰਹੇ ਹਾਂ।
ठीक है। ਜਦੋਂ ਆਪਾਂ ਡਾਟਾ ਨੂੰ ਸੈਂਡ ਕਰਾਂਗੇ ਉਹ ਜਿਹੜਾ ਡਾਟਾ ਆ ਉਹ ਕਰੈਕਟਲੀ ਆਪਣੀ ਜਿਹੜੀ ਡੈਸਟੀਨੇਸ਼ਨ ਆ ਉਹਦੇ ਕੋਲ ਪਹੁੰਚ ਜਾਵੇ, ਠੀਕ ਹੈ। ਉਸਨੂੰ ਕੀ ਕਹਿੰਦੇ ਆਪਾਂ, ਉਸਦੀ ਕਰੈਕਟ ਡਿਲੀਵਰੀ। ਇੱਦਾਂ ਨਾ ਹੋਵੇ ਕਿ ਉਹ ਡਾਟਾ ਕਿਸੇ ਹੋਰ ਯੂਜ਼ਰ ਦੇ ਕੋਲ ਚਲੇ ਜਾਵੇ। ਇਹਦਾ ਮਤਲਬ ਉਹ ਜਿਹੜਾ ਡਾਟਾ ਆ ਉਹ ਜਿਸ ਯੂਜ਼ਰ ਨੂੰ ਆਪਾਂ ਸੈਂਡ ਕਰਨਾ ਸਿਰਫ ਉਸ ਦੇ ਕੋਲ ਹੀ ਜਾਣਾ ਚਾਹੀਦਾ। ਸੈਕਿੰਡ ਵਨ ਇਜ਼ ਇਟਸ ਐਕੂਰੇਸੀ। ਐਕੂਰੇਸੀ ਦਾ ਮਤਲਬ ਕੀ ਹੈਗਾ ਕਿ ਜਿਹੜਾ ਡਾਟਾ ਆ ਉਹ ਐਕੂਰੇਟਲੀ ਰਿਸੀਵ ਹੋਣਾ ਚਾਹੀਦਾ। ਇਹਦਾ ਮਤਲਬ ਕੀ ਹੈਗਾ, ਜਿਹੜਾ ਡਾਟਾ ਆ ਉਹ ਅਲਟਰਡ ਨਹੀਂ ਹੋਣਾ ਚਾਹੀਦਾ, ਠੀਕ ਹੈ। ਯਾਨੀ ਉਹ ਇਨਕਰੈਕਟ ਨਹੀਂ ਹੋਣਾ ਚਾਹੀਦਾ ਜਾਂ ਉਸ ਦੇ ਵਿੱਚ ਜਿਹੜੀ ਵੈਲਿਊਜ਼ ਆ ਉਸ ਦੇ ਵਿੱਚ ਚੇਂਜਿਸ ਨਹੀਂ ਹੋਣੀਆਂ ਚਾਹੀਦੀਆਂ। ਇਹਦਾ ਮਤਲਬ ਉਹ ਕਿਹੜੀ ਫਾਰਮ 'ਚ ਹੋਣਾ ਚਾਹੀਦਾ, ਕਰੈਕਟ ਫਾਰਮ ਦੇ ਵਿੱਚ, ਯਾਨੀ ਉਸ ਦੀ ਐਕੂਰੇਸੀ ਕੀ ਹੋਣੀ ਚਾਹੀਦੀ ਆ, ਹਾਈ। ਇਹਦਾ ਮਤਲਬ ਜਿਹੜਾ ਡਾਟਾ ਰਿਸੀਵ ਹੋਣਾ ਚਾਹੀਦਾ ਉਹ ਕੀ ਹੋਣਾ ਚਾਹੀਦਾ ਆ, ਐਕੂਰੇਟ। ਸੈਕਿੰਡ ਵਨ ਇਜ਼ ਟਾਈਮਲਾਈਨੈਸ। ਟਾਈਮਲਾਈਨੈਸ ਦਾ ਮਤਲਬ ਇਹ ਆ ਕਿ ਜਿਹੜਾ ਡਾਟਾ ਆ ਉਹ ਐਗਜ਼ੈਕਟ ਟਾਈਮ ਦੇ ਵਿੱਚ ਉੱਤੇ ਹੀ ਰਿਸੀਵ ਹੋਣਾ ਚਾਹੀਦਾ, ਉਹ ਆਪਾਂ ਨੂੰ ਲੇਟ ਰਿਸੀਵ ਨਹੀਂ ਹੋਣਾ ਚਾਹੀਦਾ। ਕਿਉਂਕਿ ਅਗਰ ਡਾਟਾ ਲੇਟ ਰਿਸੀਵ ਹੋਊਗਾ ਤਾਂ ਉਸ ਦੀ ਯੂਜ਼ਫੁਲਨੈਸ ਘੱਟ ਜਾਏਗੀ, ਠੀਕ ਹੈ। ਉਸ ਦੀ ਯੂਜ਼ਫੁਲਨੈਸ ਘੱਟ ਜਾਏਗੀ। ਇਹਦਾ ਮਤਲਬ ਉਸਨੂੰ ਜਿਸ ਟਾਈਮ ਦੇ ਉੱਤੇ ਆਪਾਂ ਸੈਂਡ ਕਰਨਾ ਅਤੇ ਜਿਸ ਟਾਈਮ ਦੇ ਉੱਤੇ ਆਪਾਂ ਸੋਚਿਆ ਕਿ ਉਹ ਰਿਸੀਵ ਹੋਊਗਾ ਉਹ ਐਗਜ਼ੈਕਟ ਉਸੇ ਟਾਈਮ ਦੇ ਉੱਤੇ ਕੀ ਹੋਣਾ ਚਾਹੀਦਾ, ਆਪਾਂ ਨੂੰ ਰਿਸੀਵ ਹੋਣਾ ਚਾਹੀਦਾ, ਵਿਦਆਊਟ ਐਨੀ ਡਿਲੇ, ਵਿਦਆਊਟ ਐਨੀ ਡਿਲੇ। ਇਹਦਾ ਮਤਲਬ ਜਿਹੜੀ ਇਹ ਡਿਲੀਵਰੀ ਹੈ ਉਹ ਰੀਅਲ ਟਾਈਮ ਟਰਾਂਸਮਿਸ਼ਨ ਕਹਿਲਾਉਂਦੀ ਹੈ, ਠੀਕ ਹੈ। ਦਿਸ ਕਾਈਂਡ ਆਫ ਡਿਲੀਵਰੀ ਆਲਸੋ ਨੋਨ ਐਜ਼ ਰੀਅਲ ਟਾਈਮ ਟਰਾਂਸਮਿਸ਼ਨ। ਇਹਦਾ ਮਤਲਬ ਉਹ ਐਗਜ਼ੈਕਟ ਟਾਈਮ ਦੇ ਉੱਤੇ ਆਪਾਂ ਨੂੰ ਰਿਸੀਵ ਹੋਣਾ ਚਾਹੀਦਾ। ਨੈਕਸਟ ਦੇਖੋ, ਹੇਅਰ ਵੀ ਯੂਜ਼ ਅ ਸੈਂਡਰ। ਦਿਸ ਵਨ ਇਜ਼ ਯੋਰ ਸੈਂਡਰ, ਠੀਕ ਹੈ। ਇੱਥੇ ਆਪਾਂ ਕੰਪਿਊਟਰ ਲਗਾਇਆ ਆ, ਠੀਕ ਹੈ। ਇੱਥੇ ਸੋਫਟਵੇਅਰ ਯੂਜ਼ ਕਰਾਂਗੇ ਆਪਾਂ। ਇੱਥੋਂ ਕੀ ਕੀਤਾ, ਇਸ ਟਰਮੀਨਲ ਤੋਂ ਡਾਟਾ ਨੂੰ ਸੈਂਡ ਕੀਤਾ, ਠੀਕ ਹੈ। ਹੇਅਰ ਇਜ਼ ਅ ਮੈਸੇਜ, ਦਿਸ ਵਨ ਇਜ਼ ਆਵਰ ਮੀਡੀਆ। ਮੀਡੀਅਮ ਦੇ ਥਰੂ, ਜਿਸ ਦੇ ਮੀਡੀਅਮ ਦੇ ਵਿੱਚੋਂ ਉਸਨੇ ਕੀ ਕਰਨਾ, ਟਰੈਵਲ। ਹੇਅਰ ਇਜ਼ ਆਵਰ ਰਿਸੀਵਰ, ਇਸਨੇ ਇਸ ਡਾਟਾ ਨੂੰ ਕੀ ਕਰਨਾ ਆ, ਰਿਸੀਵ ਕਰਨਾ। ਇਸ ਰਿਸੀਵਰ ਨੇ ਕੀ ਕਰਨਾ, ਇਸ ਡਾਟਾ ਨੂੰ ਰਿਸੀਵ ਕਰਨਾ। ਹੁਣ ਇੱਥੇ ਕੀ ਲਿਖਿਆ, ਇੱਕ ਪ੍ਰੋਟੋਕੋਲ। ਇਹ ਪ੍ਰੋਟੋਕੋਲ ਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਹੁੰਦਾ ਕੁਛ ਇੰਸਟਰਕਸ਼ਨਸ ਹੈ, ਠੀਕ ਹੈ। ਇਹ ਕੀ ਹੈਗੀਆਂ, ਕੁਛ ਰੂਲਸ ਵਾ ਜਿਸ ਦੀ ਹੈਲਪ ਦੇ ਨਾਲ ਹੀ ਆਪਾਂ ਕੀ ਕਰ ਸਕਦੇ, ਡਾਟਾ ਨੂੰ ਟਰੈਵਲ ਕਰਵਾ ਸਕਦੇ ਹਾਂ, ਠੀਕ ਹੈ। ਇਹਦਾ ਮਤਲਬ ਇਹ ਗੌਰਮੈਂਟਸ ਨੇ ਕੋਈ ਰੂਲਸ ਬਣਾਏ ਆ, ਇਹ ਰੂਲਸ ਨੂੰ ਓਬੇ ਕਰਨਾ ਬਹੁਤ ਹੀ ਜ਼ਰੂਰੀ ਆ, ਠੀਕ ਹੈ। ਅਗਰ ਇਸ ਨੂੰ ਆਪਾਂ ਓਬੇ ਨਹੀਂ ਕਰਾਂਗੇ ਫਿਰ ਉਹ ਟਰਾਂਸਮਿਸ਼ਨ ਗੈਪ ਆ ਜਾਏਗਾ, ਠੀਕ ਹੈ। ਸੋ ਇਹ ਕੀ ਹੁੰਦੇ ਆ, ਕੁਛ ਸੈਟ ਆਫ ਰੂਲਸ। ਹੇਅਰ ਇਜ਼ ਆਵਰ ਮੈਸੇਜ ਸਿਗਨਲ। ਇਹ ਮੈਸੇਜ ਸਿਗਨਲ ਕੀ ਕਰ ਰਿਹਾ, ਇਸ ਜਗ੍ਹਾ ਤੋਂ ਸੈਂਡਰ ਤੋਂ ਰਿਸੀਵਰ ਦੇ ਵਿੱਚ ਟਰੈਵਲ ਕਰ ਰਿਹਾ, ਠੀਕ ਹੈ। ਸੋ ਅ ਡਾਟਾ ਕਮਿਊਨੀਕੇਸ਼ਨ ਸਿਸਟਮ ਇਜ਼ ਮੇਡ ਅਪ ਆਫ 5 ਕੰਪੋਨੈਂਟਸ। ਕਿਹੜੇ ਆ, ਮੈਸੇਜ ਹੈ, ਸੈਂਡਰ ਹੈ, ਰਿਸੀਵਰ ਹੈ, ਮੀਡੀਅਮ ਅਤੇ ਪ੍ਰੋਟੋਕੋਲ। ਮੈਸੇਜ ਕੀ ਹੈ, ਮੈਸੇਜ ਜਿਹੜੀ ਆਪਣਾ ਹੈਗਾ ਇਨਫੋਰਮੇਸ਼ਨ, ਜਿਹਨੂੰ ਆਪਾਂ ਕੀ ਕਹਿੰਦੇ ਆ, ਡਾਟਾ, ਠੀਕ ਹੈ। ਇਹ ਕੀ ਹੈਗੀ ਆਪਣੇ ਕੋਲ, ਇਹ ਕੀ ਹੋ ਸਕਦਾ ਆ, ਕੋਈ ਟੈਕਸਟ ਹੋ ਸਕਦਾ, ਕੋਈ ਪਿਕਚਰ ਹੋ ਸਕਦੀ, ਕੋਈ ਸਾਊਂਡ, ਵੀਡੀਓ, ਐਨੀਥਿੰਗ ਕੰਬੀਨੇਸ਼ਨ, ਠੀਕ ਹੈ। ਕੰਬੀਨੇਸ਼ਨ ਆਫ ਦਿਸ ਕੁਛ ਵੀ ਹੋ ਸਕਦਾ ਹੈ। ਉਹ ਕੀ ਹੋ ਸਕਦਾ, ਆਪਣਾ ਮੈਸੇਜ ਸਿਗਨਲ, ਜਿਹਦੇ ਵਿੱਚੋਂ ਆਪਾਂ ਨੂੰ ਕੀ ਮਿਲਦੀ ਆ, ਕੋਈ ਇਨਫੋਰਮੇਸ਼ਨ, ਠੀਕ ਹੈ। ਇਸ ਨੂੰ ਆਪਾਂ ਕੀ ਕਰਵਾਉਂਦੇ ਹਾਂ, ਟਰੈਵਲ ਕਰਦੇ ਹਾਂ। ਸੈਕਿੰਡ ਵਨ ਇਜ਼ ਅ ਸੈਂਡਰ। ਸੈਂਡਰ ਕੀ ਹੈਗਾ, ਜਿਹੜਾ ਡਾਟਾ ਨੂੰ ਕੀ ਕਰਦਾ ਆ, ਸੈਂਡ ਕਰਦਾ, ਠੀਕ ਹੈ। ਜਿਹੜਾ ਕੀ ਕਰਦਾ, ਇਸ ਡਾਟਾ ਮੈਸੇਜ ਨੂੰ ਸੈਂਡ ਕਰਦਾ ਆ, ਉਸਨੂੰ ਕੀ ਕਹਿੰਦੇ ਆ ਆਪਾਂ, ਸੈਂਡਰ। ਇਹ ਕੀ ਹੋ ਸਕਦਾ, ਜਿਵੇਂ ਕਿ ਆਪਣਾ ਕੰਪਿਊਟਰ, ਠੀਕ ਹੈ। ਆਪਣਾ ਕੰਪਿਊਟਰ, ਵੀਡੀਓ ਕੈਮਰਾ ਹੋ ਸਕਦਾ ਆ, ਵਰਕ ਸਟੇਸ਼ਨ, ਟੈਲੀਫੋਨ, ਹੈਂਡਸੈਟ ਵੀ ਹੋ ਸਕਦਾ ਹੈ। ਇਸ ਦੀ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ। ਨੈਕਸਟ ਵਨ ਇਜ਼ ਆਵਰ ਰਿਸੀਵਰ। ਹੁਣ ਜਿਹੜਾ ਰਿਸੀਵਰ ਹੈ, ਰਿਸੀਵਰ ਕੀ ਆ, ਜਿਹੜਾ ਮੈਸੇਜ ਨੂੰ ਕੀ ਕਰ ਰਿਹਾ, ਰਿਸੀਵ ਕਰ ਰਿਹਾ। ਜਿਸ ਤਰ੍ਹਾਂ ਕਿ ਉਸ 'ਤੇ ਕੰਪਿਊਟਰ ਲੱਗਿਆ ਹੋਇਆ ਸੀ, ਠੀਕ ਹੈ। ਇੱਥੇ ਵੀ ਕੰਪਿਊਟਰ ਸੀ, ਇਹਦਾ ਮਤਲਬ ਇਹ ਸੈਂਡਰ ਦਾ, ਠੀਕ ਹੈ। ਇੱਥੇ ਕੀ ਹੈਗਾ ਆ, ਇਹ ਰਿਸੀਵਰ, ਇਹ ਰਿਸੀਵ ਕਰ ਰਿਹਾ, ਇਹ ਕੰਪਿਊਟਰ ਦੇ ਰਾਹੀਂ ਆਪਾਂ ਰਿਸੀਵ ਕਰ ਰਿਹਾ। ਕੋਈ ਟੈਲੀਫੋਨਿਕ ਹੈਂਡਸੈਟ ਵੀ ਹੋ ਸਕਦਾ, ਟੈਲੀਵਿਜ਼ਨ ਵੀ ਹੋ ਸਕਦਾ ਰਿਸੀਵਰ ਦਾ, ਠੀਕ ਹੈ। ਇਹਦਾ ਮਤਲਬ ਕੀ ਆ, ਇਹਨੇ ਕੀ ਕਰਨਾ, ਡਾਟਾ ਨੂੰ ਰਿਸੀਵ ਕਰਨਾ। ਮੀਡੀਅਮ ਕੀ ਆ, ਜਿਸ ਦੇ ਥਰੂ ਉਹ ਕੀ ਕਰ ਰਿਹਾ, ਟਰੈਵਲ ਕਰਦਾ। ਇਹ ਵਾਇਰਡ ਵੀ ਹੋ ਸਕਦਾ, ਵਾਇਰਲੈਸ ਵੀ ਹੋ ਸਕਦਾ। ਵਾਇਰਡ ਦਾ ਮਤਲਬ ਕੀ ਆ, ਜਿਸ ਦੇ ਵਿੱਚ ਵਾਇਰਸ ਯੂਜ਼ ਕੀਤੇ ਆ, ਕੋਈ ਐਕਸੀਅਲ ਕੇਬਲਸ ਹੋ ਗਈਆਂ, ਫਾਈਬਰ ਆਪਟਿਕ ਕੇਬਲਸ ਹੋ ਗਈਆਂ, ਠੀਕ ਹੈ। ਜੇ ਆਪਾਂ ਕਹੀਏ ਵਾਇਰਲੈਸ ਦੀ ਗੱਲ ਕਰੀਏ ਤਾਂ ਕਿ ਰੇਡੀਓ ਵੇਵਸ, ਠੀਕ ਹੈ, ਸੈਟੇਲਾਈਟਸ। ਨੈਕਸਟ ਕੀ ਹੈਗਾ ਆ, ਪ੍ਰੋਟੋਕੋਲ। ਪ੍ਰੋਟੋਕੋਲ ਕੀ ਹੈਗੇ ਆ, ਕੁਛ
rules. So it is a set of rules that governs data communication. ਇਹ ਇਸੇ ਸੈਟ ਆਫ ਰੂਲਸ ਆ ਜਿਸ ਦੀ ਹੈਲਪ ਦੇ ਨਾਲ ਹੀ ਆਪਾਂ ਕੀ ਕਰ ਸਕਦੇ ਹਾਂ, ਡਾਟਾ ਕਮਿਊਨੀਕੇਸ਼ਨ। ਤਾਂ ਇਹ ਇੱਕ ਐਗਰੀਮੈਂਟ ਆ ਬਿਟਵੀਨ ਦਾ ਡਿਵਾਈਸਿਸ। ਇਸ ਦੇ ਨਾਲ ਹੀ ਆਪਾਂ ਉਸ ਡਾਟਾ ਨੂੰ ਟਰੈਵਲ ਕਰਵਾ ਸਕਦੇ, ਆਈਦਰ ਵੇ ਟਰੈਵਲ ਨਹੀਂ ਕਰਵਾ ਸਕਦੇ। ਇਹਨਾਂ ਨੂੰ ਆਪਾਂ ਨੂੰ ਓਬੇ ਕਰਨਾ ਹੀ ਪਵੇਗਾ। ਸੋ ਇਸ ਦੀ ਜਿਸ ਤਰ੍ਹਾਂ ਕਿ ਐਗਜ਼ਾਮਪਲ ਲੈ ਲੈਂਦੇ ਹਾਂ, ਅਗਰ ਕੋਈ ਪਰਸਨ ਹੈ, ਠੀਕ ਹੈ, ਉਸਨੂੰ ਪੰਜਾਬੀ ਆਉਂਦੀ ਹੈ, ਠੀਕ ਹੈ, ਸੈਕਿੰਡ ਪਰਸਨ ਹੈਗਾ ਉਸਨੂੰ ਇੰਗਲਿਸ਼ ਆਉਂਦੀ ਹੈ। ਹੁਣ ਇੱਕ ਪਰਸਨ ਪੰਜਾਬੀ ਵਿੱਚ ਬੋਲ ਰਿਹਾ, ਦੂਸਰੇ ਨੂੰ ਸਿਰਫ ਇੰਗਲਿਸ਼ ਹੀ ਆ ਰਹੀ ਹੈ, ਤਾਂ ਉਸ ਨਾਲ ਦੋਨਾਂ ਦੇ ਵਿਚਕਾਰ ਕੀ ਹੈਗਾ ਆ, ਕਮਿਊਨੀਕੇਸ਼ਨ ਗੈਪ। ਉਸਨੂੰ ਉਸ ਦੀ ਗੱਲ ਸਮਝ ਨਹੀਂ ਆ ਰਹੀ ਆ, ਉਸ ਦੇ ਦੂਸਰੇ ਪਾਸੇ ਉਸ ਪਰਸਨ ਨੂੰ ਉਸ ਦੀ ਗੱਲ ਨਹੀਂ ਸਮਝ ਆਉਂਦੀ। ਇਸ ਜਿਹੜਾ ਗੈਪ ਆ, ਇਸ ਨੂੰ ਕਿਸ ਤਰ੍ਹਾਂ ਆਪਾਂ ਐਲੀਮੀਨੇਟ ਕਰ ਸਕਦੇ ਹਾਂ, ਠੀਕ ਹੈ। ਉਹ ਜਿਹੜਾ ਗੈਪ ਲਈ ਉਸ ਲਈ ਆਪਾਂ ਨੂੰ ਕੀ ਚਾਹੀਦਾ, ਇੱਕ ਟਰਾਂਸਲੇਟਰ। ਉਸੇ ਤਰ੍ਹਾਂ ਇਹ ਕੀ ਹੈਗਾ, ਇੱਕ ਪ੍ਰੋਟੋਕੋਲ ਆ ਜਿਹਦੇ ਥਰੂ ਹੀ ਆਪਾਂ ਉਸ ਪ੍ਰੋਟੋਕੋਲ ਨੂੰ ਜਦੋਂ ਆਪਾਂ ਓਬੇ ਕਰਨਗੇ, ਦੋਨੋਂ ਜਾਣੇ ਓਬੇ ਕਰਨਗੇ, ਦੈਨ ਹੀ ਆਪਾਂ ਕੀ ਕਰ ਸਕਦੇ ਹਾਂ, ਡਾਟਾ ਨੂੰ ਟਰਾਂਸਮਿਟ ਕਰ ਸਕਦੇ। ਸੋ ਇਸੇ ਤਰ੍ਹਾਂ ਹੀ ਪ੍ਰੋਟੋਕੋਲ ਵਰਕ ਕਰਦਾ, ਜਿਸ ਤਾਂ ਜੋ ਕਿ ਆਪਣੀ ਜਿਹੜਾ ਕਮਿਊਨੀਕੇਸ਼ਨ ਗੈਪ ਆ ਉਹ ਫਿਲ ਕੀਤਾ ਜਾ ਸਕੇ। ਸੋ ਦਿਸ ਇਜ਼ ਆਲ ਅਬਾਊਟ introduction of digital communication.